ਪੁਲਿਸ ਵਾਲਿਆਂ ਨੇ ਖੁਸਰਿਆਂ ਨੂੰ ਉਂਗਲ ਦਿੱਤੀ ਤੇ ਖੁਸਰਿਆਂ ਫਿਰ ਪੁਲਿਸ ਵਾਲਿਆਂ ਨੂੰ ਬਾਹ ਦੇ ਦਿੱਤੀ। ਵਗੈਰਾ ਤੇ ਬਿਸਕਿਟ ਵਗੈਰਾ ਲੈ ਕੇ ਵਾਪਸ ਜਾ ਰਹੀ ਹਾਂ ਤੇ ਉਹ ਪੁਲਿਸ ਵਾਲੇ ਆਏ ਨੇ, ਇੱਕ ਸਿਵਲ ਵਰਦੀ ਚ ਸੀ ਤੇ ਇੱਕ ਪੁਲਿਸ ਵਾਲਾ ਸੀ। ਉਹਨੇ ਆਂਦੇ ਸਾਰ ਨਾ ਮੈਨੂੰ ਕਿਹਾ ਪਿੱਛੋਂ ਬੁਰੇ ਤਰੀਕੇ ਨਾਲ ਨਾ ਮਤਲਬ ਟੱਚ ਕੀਤਾ ਤੇ ਮੈਂ ਇੱਕਦਮ ਰੁਕ ਗਈ। ਮੈਂ ਕਿਹਾ ਇਹ ਕੌਣ ਨੇ ਜਿਹਨੇ ਇੰਜ ਕੀਤਾ? ਪਤਾ ਲੋਕ ਵੀ ਸਾਨੂੰ ਤੰਗ ਕਰਦੇ ਨੇ। ਪੁਲਿਸ ਨੂੰ ਕੁੱਟਣ ਵਾਲੇ ਫਾਰਮ 45 ਦੇ ਮੁਤਾਬਿਕ ਔਰਤਾਂ ਸੀ ਤੇ ਫਾਰਮ 47 ਦੇ ਮੁਤਾਬਕ ਉਹ ਬੰਦੇ ਨਿਕਲ ਆਏ, ਕਿਉਂਕਿ ਉਹਨਾਂ ਦੀਆਂ ਸ਼ਕਲਾਂ ਜਨਾਨਾ ਤੇ ਘਸੁੰਨ ਮਰਦਾਨਾ ਸੀਗੇ। ਉਹ ਭਾਵਲ ਨਗਰ ਚ ਤੇ ਪੁਲਿਸ ਕਹਿੰਦੀ ਸੀ ਨਾ ਕਿ ਫੌਜੀ ਸਾਨੂੰ ਦੱਸਿਓ ਬਗੈਰ ਆਏ, ਜਦੀਦ ਅਸਲੇ ਦੇ ਨਾਲ ਆਏ, ਇਸ ਲਈ ਸਾਨੂੰ ਕੁੱਟ ਪੈ ਗਈ। ਖੁਸਰੇ ਭਾਈ ਜੀ ਗਾਜਿਆਂ ਬਾਜਿਆਂ ਨਾ ਆਏ, ਨੱਸ ਕੇ ਆਏ ਨਾਲੇ ਦੱਸ ਕੇ ਆਏ। ਪਹਿਲੇ ਉਹਨਾਂ ਨੇ ਕੁੱਟਿਆ, ਫਿਰ ਉਹਨਾਂ ਨੇ ਘੜੀਸ ਕੇ ਬਾਹਰ ਲਿਆਂਦਾ, ਬਾਹਰ ਲਿਆ ਕੇ ਫਿਰ ਕੁੱਟਿਆ ਤੇ ਜਾਣ ਲੱਗੇ ਉਹਨਾਂ ਨੇ ਕੱਪੜੇ ਲਾ ਕੇ ਚੈੱਕ ਵੀ ਕਰਾਇਆ ਕਿ ਵੇਖ ਲਓ ਭਾਈ ਸਾਡੇ ਕੋਲ ਕਿਸੇ ਵੀ ਕਿਸਮ ਦਾ ਕੋਈ ਵੀ ਅਸਲਾ ਨਹੀਂ ਜੀ। ख्वाजा सराओं पर पुलिस तशद्दुद के खिलाफ खारिया थाने के बाहर एहतजाज। ख्वाजा सराओं ने थाने की ईंट से ईंट बजा दी, पथराव किया, तोड़फोड़ की, पुलिस कहीं नजर न आई। डीपीओ गुजरात ने वाकये का नोटिस लेकर जिम्मेदार एहलकारों को मुअत्तल कर दिया। वगैरह ਤੇ ਬਿਸਕਿਟ ਵਗੈਰਾ ਲੈ ਕੇ ਵਾਪਸ ਜਾ ਰਹੀ ਹਾਂ ਤੇ ਉਹ ਪੁਲਿਸ ਵਾਲੇ ਆਏ ਨੇ, ਇੱਕ ਸਿਵਲ ਵਰਦੀ ਚ ਸੀ ਤੇ ਇੱਕ ਪੁਲਿਸ ਵਾਲਾ ਸੀ। ਉਹਨੇ ਆਂਦੇ ਸਾਰ ਨਾ ਮੈਨੂੰ ਕਿਹਾ ਪਿੱਛੋਂ ਬੁਰੇ ਤਰੀਕੇ ਨਾਲ ਨਾ ਮਤਲਬ ਟੱਚ ਕੀਤਾ ਤੇ ਮੈਂ ਇੱਕਦਮ ਰੁਕ ਗਈ। ਮੈਂ ਕਿਹਾ ਇਹ ਕੌਣ ਨੇ ਜਿਹਨੇ ਇੰਜ ਕੀਤਾ? ਪਤਾ ਲੋਕ ਵੀ ਸਾਨੂੰ ਤੰਗ ਕਰਦੇ ਨੇ। ਉਹ ਨਾਲ ਹੀ ਮੈਨੂੰ ਉਹਨਾਂ ਖਿਲਾੜੇ ਤੇ ਮੈਂ ਵੀ ਖਲੋ ਗਈ ਨਾ ਤੇ ਇੱਥੇ ਹੱਥ ਲਗਾਉਣ ਲੱਗ ਪਏ ਕਿ ਹਾਏ ਸਾਡੇ ਨਾਲ ਤੁਸੀਂ ਇੰਜ ਕਰਦੇ ਹੋ, ਲੋਕਾਂ ਵਾਲੀ ਤੁਸੀਂ ਸਹੀ ਰਹਿੰਦੇ ਹੋ। ਤੇ ਉਹ ਮਤਲਬ ਕਿ ਉਹ ਇੰਜ ਦੀ ਗੱਲਾਂ ਕਰਨ ਲੱਗ ਪਈ ਜਿਹਦੀ ਵਜ੍ਹਾ ਤੋਂ ਮੈਂ ਬੇਜ਼ਾਰ ਹੋਣ ਲੱਗ ਪਈ ਨਾ। ਤੇ ਉਹ ਮੈਨੂੰ ਆਪਣੇ ਨਾਲ ਖਿੱਚੇ, ਮੈਂ ਉਹਨੂੰ ਧੱਕਾ ਮਾਰਿਆ, ਉਹਨੇ ਰਿਵਰਸ ਮੇਰੇ ਮੂੰਹ ਤੇ ਝੰਡ ਮਾਰ ਦਿੱਤੀ, ਮੈਨੂੰ ਗਾਲਾਂ ਕੱਢਣ ਲੱਗ ਪਏ ਕਿ ਸਾਡੀ ਵਾਰੀ ਤੁਸੀਂ ਇੰਜ ਕਰਦੇ ਹੋ, ਲੋਕਾਂ ਵਾਰੀ ਤੁਸੀਂ ਸਹੀ ਰਹਿੰਦੇ ਹੋ। ਉਹ ਦੋ ਪੁਲਿਸ ਵਾਲੇ ਸਨ, ਇੰਨੇ ਦੇ ਵਿੱਚ ਨਾ ਕਿ ਨਾ ਉਹਨੇ ਮੈਨੂੰ ਗਾਲ ਕੱਢੀ ਤੇ ਮੈਂ ਵੀ ਉਹਨੂੰ ਰਿਵਰਸ ਗਾਲ ਕੱਢੀ। ਉਹਨੇ ਮੈਨੂੰ ਮਾਂ ਦੀ ਗੱਲ ਕੱਢੀ, ਮੈਂ ਵੀ ਉਹਨੂੰ ਗਾਲ ਕੱਢੀ ਹੈ। ਤੇ ਨਾਲ ਹੀ ਦੋਵੇਂ ਪੁਲਿਸ ਵਾਲੇ ਮੈਨੂੰ ਮਾਰਨ ਲੱਗ ਪਏ ਨੇ, ਦੋਵੇਂ ਡੰਡਿਆਂ ਦੇ ਨਾਲ ਨਾ ਸੋਟੇ ਦੇ। ਇੱਕ ਨੇ ਨਾ ਉੱਥੇ ਕੈਮਰੇ ਲੱਗੇ ਹੋਏ ਨੇ, ਉੱਥੋਂ ਸ਼ਾਖ ਤੇ ਨਾ ਸ਼ਤੂਤ ਦੀ ਉਹ ਲਾ ਲਈਏ ਡੰਡਾ ਲਾ ਲਿਆ ਸੀ। ਉਹ ਮੇਰੀ ਕਮਰ ਦੇ ਨਿਸ਼ਾਨ ਮੈਂ ਤੁਹਾਨੂੰ ਦਿਖਾਇਆ ਸੀ। ਇੰਨੇ ਚੋਂ ਨਾ ਫੋਨ ਕੀਤਾ ਤੇ ਦੋ ਡਾਲੇ ਨੇ, ਡਾਲੇ ਵਾਲੇ ਮੈਨੂੰ ਗੱਡੀ ਦੇ ਵਿੱਚ ਬਿਠਾ ਕੇ ਨਾ ਪੁੱਤਰ ਵੀ ਨਹੀਂ ਨਾਤੀਆਂ ਨੇ, ਇਹ ਪੁੱਤਰ ਵੀ ਨਹੀਂ ਨਾਤੀਆਂ ਨੇ, ਇਹ ਰਹਿ ਗਏ ਨੇ ਵਿਚਕਾਰ ਕੁੜੇ। ਇਹ ਯਾਰ ਨੇ ਸ਼ੇਰ ਜਮਾਨਾ ਦੇ, ਇਹ ਆਸ਼ਕ ਨੇ ਹਲਵਾਨਾ ਦੇ, ਇਹ ਮੌਤ ਕੋਲੋਂ ਵੀ नहीं डरदे, ਇਹ मौत दे खूह ते कम कर दे। अस्सलाम वालेकुम जी, हम ये थाना सदर खारिया में बैठे हुए हैं। ये हीरा का मसला था, ये हमारे SHO साहब भी बैठे हुए हैं, ये उनके अपने तबके के जो लोग हैं वो भी बैठे हुए हैं, तहफ़्फ़ुज़ मरकज़ के इंचार्ज और BSO भी बैठी हुई हैं। तो इन्होंने हमें क्या आपके SHO साहब ने कहा? हाँ जी जी सर, आपने क्या इसे तहफ़्फ़ुज़ दिया है अभी? मैंने जी इनको ये जो हमारे पास बैठे हैं हमारे बड़े हीरा सजाद है हीरा, इनको मैंने ये बात कही है कि आइंदा से जब तक आप खारिया में हैं हमारा काम लोगों को तहफ़्फ़ुज़ देना है और आप भी इस माशरे का अहम हिस्सा हैं। आप हमारे लिए ऐसे ही हैं जैसे बाकी पब्लिक है, उतनी ही काबिल एहतराम है। तो इनको हमने थाने का और मैंने अपना कॉन्टैक्ट नंबर दिया है 24/7। सिर्फ ये नहीं, आपकी पूरी कम्युनिटी के लिए मेरे दफ्तर के, मेरे थाने के दरवाजे खुले हैं। आपको कोई भी इशू है, कोई भी प्रॉब्लम है, हम उसके लिए अवेलेबल हैं। इसके अलावा IG साहब के हुक्म से तहफ़्फ़ुज़ मरकज़ गुजरात में काम कर रहा है, जिसके BSO हमारे पास बैठे हैं। अगर कंफर्टेबल हमारे से आप डिस्कस नहीं कर सकते तो BSO साहब मौजूद हैं, आप इनसे बात कर सकते हैं। ठीक है, आपको कोई टेंशन हो बेटा हीरा, सर ने आपको गारंटी दे दी है। वो तो नहीं मुझे तंग नहीं, वो भी नहीं तंग करेंगे। देखिए वो गुजरात में मैं भी अपना नंबर इन्हें दे के जाऊंगा, सबको दे के जाऊंगा। रात को कभी भी इन्हें कोई इशू हो मुझे डायरेक्ट कॉल करें, मैं इनका मसला हल करवाऊंगा। कोई इसको मसला मसाइल कोई भी होगा, ये गुजरात आए कॉल करें, किसी टाइम भी हम इधर पहुंचेंगे जरूर खारिया में। अच्छा, जिन पुलिस वालों ने ये एनी टाइम कॉन्टेक्ट कर सकते हैं मेरे से सारे, मैं अपना आज सेटिस्फाइड। उन्होंने कह दिया कि आपको जो पहले आए थे वो भी तंग नहीं करेंगे, कोई और भी तंग करे आप मुझे कॉल कर सकते हैं। ठीक है, SHO साहब से।